पिछले दिनी देश की राजधानी दिल्ली ਦੇ ਵਿੱਚ ਇੱਕ 21 ਸਾਲਾ ਮੁਸਲਿਮ ਲੜਕੀ ਰਾਬੀਆ ਸੈਫੀ ਦੇ ਹੈਵਾਨੀਅਤ ਭਰੇ ਬਲਾਤਕਾਰ ਤੇ ਹੱਤਿਆਕਾਂਡ ਦੇ ਅਸਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਰਾਬੀਆ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਇੱਕ ਦਰਜਨ ਤੋਂ ਵੱਧ ਮਹਿਲਾ ਜਥੇਬੰਦੀਆਂ ਦੀ ਅਗਵਾਈ ਦੇ ਹੇਠ ਸੈਂਕੜੇ ਔਰਤਾਂ ਨੇ ਮਲੇਰਕੋਟਲਾ ਸ਼ਹਿਰ ਦੇ ਅੰਦਰ ਵਿਸ਼ਾਲ ਰੋਸ ਮਾਰਚ ਕੀਤਾ। ਸਥਾਨਕ ਸਰਹੱਦੀ ਗੇਟ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਕੱਢੇ ਗਏ ਉਕਤ ਰੋਸ ਮਾਰਚ ਦੀ ਅਗਵਾਈ ਇਸਤਰੀ ਜਾਗਰਤੀ ਮੰਚ ਦੀ ਆਗੂ ਬੀਬੀ ਅਮਨਦੀਪ ਕੌਰ, ਵੂਮੈਨ ਰੈਵੋਲੂਸ਼ਨਰੀ ਫਾਊਂਡੇਸ਼ਨ ਦੇ ਆਗੂ ਐਡਵੋਕੇਟ ਜਮਾਤੇ ਇਸਲਾਮੀ ਹਿੰਦ ਦੀ ਨੇਤਾ ਤਾਨੀਆ ਤਬਸਮ ਅਤੇ ਸਗੋਫਰਾ ਜਾਵਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮਹਿਲਾ ਆਗੂ ਸੁਖਵਿੰਦਰ ਕੌਰ ਹੱਥ, ਕਰਮਜੀਤ ਕੌਰ ਚਾਂਗਲੀ, ਮਜ਼ਦੂਰ ਯੂਨੀਅਨ ਦੀ ਆਗੂ ਦੀਪ ਕੌਰ ਚਾਂਗਲੀ ਅਤੇ PSU ਦੀ ਆਗੂ ਜਸਪ੍ਰੀਤ ਕੌਰ ਆਦਿ ਮਹਿਲਾ ਆਗੂ ਕਰ ਰਹੀਆਂ ਸਨ। ਪ੍ਰਦਰਸ਼ਨਕਾਰੀਆਂ ਔਰਤਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਂ ਤੇ ਇੱਕ ਮੰਗ ਪੱਤਰ DC ਮਲੇਰਕੋਟਲਾ ਦੇ ਲਈ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਸਿੰਘ ਨੂੰ ਸੌਂਪਿਆ। ਇਸ ਤੋਂ ਪਹਿਲਾਂ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਸਥਾਨਕ ਸਰਹੱਦੀ ਗੇਟ ਤੇ ਬਾਹਰ ਇਕੱਠੀਆਂ ਹੋਈਆਂ। ਔਰਤਾਂ ਦੇ ਹੱਥਾਂ ਵਿੱਚ ਰਾਬੀਆ ਨੂੰ ਲਈ ਅਤੇ ਦਿੱਲੀ ਹਕੂਮਤ ਦੇ ਖਿਲਾਫ ਨਾਅਰੇ ਲਿਖੀਆਂ ਤਖਤੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਚੁੱਕੇ ਹੋਏ ਸਨ। ਸਰਹੱਦੀ ਗੇਟ ਦੇ ਬਾਹਰ ਔਰਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸੰਗਮ ਵਿਹਾਰ ਦੀ 21 ਸਾਲਾ ਮੁਸਲਿਮ ਲੜਕੀ ਰਾਬੀਆ ਸੈਫੀ ਦੇ ਨਾਲ ਹੋਈ ਹੈਵਾਨੀਅਤ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਉਹਨਾਂ ਰਾਬੀਆ ਦੇ ਪਤੀ ਹੋਣ ਦਾ ਦਾਅਵਾ ਕਰਕੇ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਨਿਜ਼ਾਮੁਦੀਨ ਦੇ ਦਾਅਵਿਆਂ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਿਆਂ ਕਿਹਾ ਕਿ ਨਿਜ਼ਾਮੁਦੀਨ ਅੱਜ ਤੱਕ ਆਪਣਾ ਨਿਕਾਹਨਾਮਾ ਪੇਸ਼ ਨਹੀਂ ਕਰ ਸਕਿਆ। ਉਹਨਾਂ ਮੰਗ ਕੀਤੀ ਕਿ ਰਾਬੀਆ ਦੇ ਸਰੀਰ ਤੇ ਮਿਲੇ ਜ਼ਖਮ ਅਤੇ ਹੈਵਾਨੀਅਤ ਦੇ ਨਿਸ਼ਾਨ ਜੋ ਕਈ ਤਰ੍ਹਾਂ ਦੇ ਗੰਭੀਰ ਸ਼ੰਕੇ ਖੜੇ ਕਰਦੇ ਨੇ ਉਸ ਦੀ ਵਿਗਿਆਨਕ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਮਹਿਲਾ ਆਗੂਆਂ ਨੇ ਦਿੱਲੀ ਦੀ ਮੋਦੀ ਅਤੇ ਕੇਜਰੀਵਾਲ ਸਰਕਾਰ ਨੂੰ ਕਟਹਿਰੇ ਵਿੱਚ ਖੜੇ ਕਰਦਿਆਂ ਉਕਤ ਦੋਹਾਂ ਸਰਕਾਰਾਂ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਉਹਨਾਂ ਮੰਗ ਕੀਤੀ ਕਿ ਵਰਮਾ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ ਕੰਮਕਾਜੀ ਅਦਾਰਿਆਂ ਦੇ ਵਿੱਚ ਕੰਮ ਕਰਦੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐਂਟੀ ਸੈਕਸ਼ੂਅਲ ਹਰਾਸਮੈਂਟ ਕਮੇਟੀਆਂ ਗਠਿਤ ਕੀਤੀਆਂ ਜਾਣ ਅਤੇ ਨਿਰਭਇਆ ਫੰਡ ਦੀ ਵਰਤੋਂ ਪੀੜਤ ਲੜਕੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਯਕੀਨੀ ਬਣਾਈ ਜਾਵੇ। ਰੋਸ ਮਾਰਚ ਵਿੱਚ ਸ਼ਾਮਲ ਔਰਤਾਂ ਦੀ ਮਦਦ ਅਤੇ ਸੁਰੱਖਿਆ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਵੱਡੀ ਗਿਣਤੀ ਦੇ ਕਾਰਕੁਨ ਝੰਡੇ ਚੁੱਕ ਕੇ ਮੌਜੂਦ ਰਹੇ। ਮਹਿਲਾ ਰੋਸ ਮਾਰਚ ਵਿੱਚ ਭਾਵੇਂ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਕੇ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਵੀ ਕੀਤੀ, ਪਰੰਤੂ ਰੋਸ ਮਾਰਚ ਦੀਆਂ ਪ੍ਰਬੰਧਕ ਮਹਿਲਾ ਆਗੂਆਂ ਨੇ ਕਿਸੇ ਵੀ ਸਿਆਸੀ ਆਗੂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਅੱਜ ਜੋ ਦਿੱਲੀ ਦੇ ਵਿੱਚ ਇੱਕ ਰੇਪ ਹੋਇਆ ਹੈ ਰਾਬੀਆ ਸੈਫੀ ਦਾ, ਤਾਂ ਉਸ ਵਿੱਚ ਜੋ ਸਰਕਾਰ ਹੈ ਜਾਂ ਫਿਰ ਉੱਥੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਉਹ ਉਸ ਮੁਤਾਬਿਕ ਇਨਵੈਸਟੀਗੇਸ਼ਨ ਨਹੀਂ ਕਰ ਰਹੀ, ਜੋ ਕਿ ਇਸ ਕੇਸ ਵਿੱਚ ਕਰਨੀ ਚਾਹੀਦੀ ਹੈ। ਇਹ ਕਹਿ ਰਹੇ ਨੇ ਕਿ ਉਹਦੀ ਮੈਰਿਜ ਹੋਈ थी कुड़ी, 21 साल की जो कुड़ी थी उसकी मैरिज हुई थी। अगर मैरिज हुई थी तो ਉਹਦੇ सबूत कितने? हर इंसान जब कुछ करन जाता है तो ਉਹਦੇ सबूत ਹੁੰਦੇ, मैरिज ਦਾ सबूत नहीं और इन्वेस्टिगेशन ਵਿੱਚ बहुत ढील है। ਇਸ ਕਰਕੇ ਇਹ ਮੁੱਦਾ ਜੋ ਉਠਾਉਣਾ ਚਾਹੀਦਾ ਹੈ। ਅਫਸੋਸ ਸਾਨੂੰ ਇਸ ਗੱਲ ਤੇ ਹੋ ਰਿਹਾ ਹੈ ਕਿ ਜਿੱਥੇ ਗਾਇਆਂ ਨੂੰ ਮਾਤਾ ਦਾ ਦਰਜਾ ਦਿੱਤਾ ਜਾ ਰਿਹਾ ਹੈ, ਇੱਕ ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਇੱਕ ਕੌਮੀ ਜੋ ਜਾਨਵਰ ਹੋਣਾ ਚਾਹੀਦਾ ਹੈ ਇੱਕ ਗਾय, और ਉਹਦੀ ਪ੍ਰੋਟੈਕਸ਼ਨ ਕਰਨਾ ਇੱਕ ਫੰਡਾਮੈਂਟਲ ਰਾਈਟ ਹੈ हर हिंदू का। और उसी मुल्क विच एक कुड़ी उपर जुल्म हो रहा है, उसके उपर कोई कार्रवाई नहीं की। सरकार की एडमिनिस्ट्रेशन उन्नाव रेप केस की तरह इस केस का वेट कर रही है कि जिवें उन्नाव दे विच ओहदा पूरा परिवार कतल करने वाला या करता उन्होंने मारता, कुड़ी नूं मारना था, एक्सीडेंट करवाया, कि ये ओही चाह रहे हैं कि ओही इस केस विच भी होवे और साने नहीं होने देना। साडा यही है कि इन्वेस्टिगेशन करवाओ पूरी, और इस केस दे विच पूरी जिन्नी भी इन्वेस्टिगेशन CBI करे, लेकिन इस केस ਨੂੰ ਅੱਗੇ ਦਬਣਾ ਨਹੀਂ ਚਾਹੀਦਾ। ਜਿਹੜੇ ਪ੍ਰੋਟੈਸਟ ਹੈ ਜੋ ਰਾਬੀਆ ਸੈਫੀ ਹੈ ਜਿਹਦੇ ਨਾਲ ਅਨਜਸਟਿਸ ਹੋਇਆ ਹੈ, ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਉਹਨੂੰ ਜਸਟਿਸ ਦਿੱਤਾ ਜਾਵੇ। ਜਿਵੇਂ ਅੱਜ ਕੱਲ੍ਹ ਰਿਵਾਈਜ਼ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਅਦਾਮਨੀ ਦਾ ਕੇਸ ਸੀਗਾ ਉਹਦੇ ਵਿੱਚ ਪ੍ਰੋਪਰ ਉਹਨਾਂ ਦਾ ਇਨਵੈਸਟੀਗੇਸ਼ਨ ਤੋਂ ਬਾਅਦ ਜਸਟਿਸ ਮਿਲਿਆ, ਤਾਂ ਅਸੀਂ ਚਾਹੁੰਦੇ ਕਿ ਉਸੇ ਤਰ੍ਹਾਂ ਇਸ ਰਾਬੀਆ ਨਾਮ ਦੀ ਜੋ ਲੜਕੀ ਹੈ ਇਹ ਵੀ ਇਸ ਹਿਊਮਨ ਬੀਇੰਗ ਇਹਦੇ ਪ੍ਰੋਪਰ ਇਨਵੈਸਟੀਗੇਸ਼ਨ ਦੇ ਨਾਲ ਇਹਨੂੰ ਵੀ ਇਨਸਾਫ ਦਿੱਤਾ ਜਾਵੇ ਤੇ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ। ਅੱਜ ਦੀ ਸਾਡੀ ਇਹੀ ਡਿਮਾਂਡ ਹੈ ਕਿ ਹਰ ਇੱਕ ਲੜਕੀ ਨੂੰ ਸਿਰਫ ਰਾਬੀਆ ਸੈਫੀ ਹੀ ਨਹੀਂ ਜੋ ਇਹਦੇ ਅੱਜ ਤੱਕ ਹੁਣ ਹੋ ਰਹੀਆਂ ਨੇ, ਅੱਗੇ ਵੀ ਜਿਹੜੇ ਇਸ ਤਰ੍ਹਾਂ ਦੇ ਹੋ ਰਹੇ ਨੇ ਰੇਪ ਕੇਸਿਸ ਵਗੈਰਾ, ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਸਖਤ ਤੋਂ ਸਖਤ ਕੋਈ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਇਹ ਚੀਜ਼ਾਂ ਨੇ ਜਿਹੜੇ ਸਾਡੀ ਗੌਰਮੈਂਟ ਹੈ ਉਹਨੂੰ ਕੁਝ ਫਾਲਤੂ ਦੇ ਲਾਜ਼ ਦੇ ਵਿੱਚ ਤਾਂ ਬੜੇ ਧਿਆਨ ਨੇ, ਜਿਵੇਂ ਕਿ ਅੱਜ ਕੱਲ੍ਹ ਦੇ ਬੜੇ ਤੋਂ ਬੜੇ ਨਿਊਜ਼ ਚੈਨਲ ਤਾਲਿਬਾਨ ਦੇ ਉੱਪਰ ਫੋਕਸ ਕਰ ਰਹੇ ਨੇ, ਆਤੰਕਵਾਦ ਦੇ ਉੱਪਰ ਫੋਕਸ ਕਰ ਰਹੇ, ਲੇਕਿਨ ਇਸ ਟੌਪਿਕ ਦੇ ਉੱਪਰ ਕੋਈ ਵੀ ਫੋਕਸ ਨਹੀਂ ਕਰ ਰਿਹਾ। ਤਾਂ ਸਾਡੀ ਇਹ ਰਿਕੁਐਸਟ ਹੈ ਕਿ ਇਸ ਚੀਜ਼ ਪਰ ਫੋਕਸ ਕਰਕੇ ਜਦ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ ਇਸ ਲੜਾਈ ਨੂੰ ਮਜ਼ਬੂਤੀ ਦੇ ਨਾਲ ਲੜਿਆ ਜਾਵੇ, ਤੁਹਾਨੂੰ ਪ੍ਰੋਪਰ ਇਨਸਾਫ ਦਿਲਾਇਆ ਜਾਵੇ। ਅੱਜ ਜਿਹੜੀ ਵੀ ਇਹ ਪ੍ਰੋਟੈਸਟ ਹੋ ਰਹੀ ਹੈ ਇਹਦੇ 'ਚ ਕਿਹਾ ਗਿਆ ਹੈ ਕਿ ਮਤਲਬ ਉਹਦੇ ਤੇ ਬਹੁਤ ਸਾਰੇ ਐਲੀਗੇਸ਼ਨਸ ਲੱਗੇ ਕੁੜੀ ਦੇ ਖੁਦ ਹੀ ਕਿ ਉਹਦਾ ਕਰੈਕਟਰ ਠੀਕ ਨਹੀਂ ਸੀ
ਜਾਂ ਜੋ ਕੁਝ ਵੀ ਉਹਦੇ ਤੇ ਐਲੀਗੇਸ਼ਨਸ ਲੱਗੇ ਆ, ਅਸੀਂ ਸਿਰਫ ਇਹ ਗੱਲ ਕਹਿ ਰਹੇ ਹਾਂ ਜੇ ਉਹਦੀ ਕੋਈ ਵੀ ਗੱਲ ਵੀ ਸੀ, ਉਹਨਾਂ ਦੀ ਦਰਿੰਦਿਆਂ ਦੀ ਕੋਈ ਵੀ ਐਦਾਂ ਦੀ ਗੱਲ ਨਹੀਂ ਬਣਦੀ ਸੀ ਵੀ ਉਹਨਾਂ ਨੇ ਇੰਨੀ ਦਰਿੰਦਗੀ ਨਾਲ ਕੁੜੀ ਦੀ ਹੱਡੀਆਂ ਤੋੜੀਆਂ ਨੇ, ਕੁੜੀ ਨਾਲ ਬਦਤਮੀਜ਼ੀ ਕੀਤੀ ਹੈ, ਉਹਨਾਂ ਨੂੰ ਕੋਈ ਵੀ ਹੱਕ ਨਹੀਂ ਬਣਦਾ ਸੀ। ਤੇ ਅਸੀਂ ਇਹ ਚਾਹ ਰਹੇ ਹਾਂ ਵੀ ਹਰਿਆਣਾ 'ਚ ਇਹ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ। ਦਿੱਲੀ ਕੁੜੀ ਰਹਿੰਦੀ ਸੀ ਤੇ ਦਿੱਲੀ ਕੁੜੀ ਕੰਮ ਕਰਦੀ ਸੀ, ਅਸੀਂ ਚਾਹੁੰਦੇ ਹਾਂ ਵੀ ਦਿੱਲੀ 'ਚ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਅਸੀਂ ਹਰਿਆਣੇ ਨੂੰ ਨਹੀਂ ਇਹ ਇਨਵੈਸਟੀਗੇਸ਼ਨ ਕਰਨ ਦੇਣੀ ਤੇ ਅਸੀਂ ਫੇਅਰ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹਾਂ, ਇੰਪਾਰਸ਼ਲ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹਾਂ। ਕਿਹੜੀ ਜਥੇਬੰਦੀਆਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ? ਜਮਾਤੇ ਇਸਲਾਮੀ ਹਿੰਦ, ਇਸਤਰੀ ਜਾਗਰਤੀ ਮੰਚ ਤੇ ਵਿਮਨਸ ਰੈਵੋਲੂਸ਼ਨ ਫਾਊਂਡੇਸ਼ਨ ਵੱਲੋਂ ਇਹ ਕੀਤੀ ਜਾ ਰਹੀ ਹੈ ਪ੍ਰੋਟੈਸਟ ਤੇ ਸਾਨੂੰ ਬਹੁਤ ਆਰਗੇਨਾਈਜੇਸ਼ਨਸ ਨੇ ਸਮਰਥਨ ਦਿੱਤਾ। 16 ਆਰਗੇਨਾਈਜੇਸ਼ਨਸ ਦਾ ਸਾਨੂੰ ਸਮਰਥਨ ਆਇਆ ਤੇ ਅਸੀਂ ਉਹ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਸਾਨੂੰ ਸਮਰਥਨ ਦਿੱਤਾ ਤੇ ਉਹਨਾਂ ਦੀਆਂ ਔਰਤਾਂ ਤੇ ਉਹ ਮਰਦ ਹਜ਼ਰਾਤ ਇਹ ਰੋਸ ਮਾਰਚ ਵਿੱਚ ਹੁਮਾ ਕੇ ਪਹੁੰਚੇ ਆ। ਕੋਈ ਮੰਗ ਪੱਤਰ ਦਾ ਪ੍ਰੋਗਰਾਮ ਵੀ ਹੈ? ਹਾਂਜੀ, ਅੱਜ ਦਾ ਮੰਗ ਪੱਤਰ ਅਸੀਂ ਦੇ ਰਹੇ ਹਾਂ ਜਿਹੜਾ ਕਿ ਅਸੀਂ ਡੀਸੀ ਸਾਹਿਬ ਨੂੰ ਦੇਵਾਂਗੇ ਤੇ ਅਸੀਂ ਦਿੱਲੀ ਦੇ ਮਹਿਲਾ ਕਮਿਸ਼ਨ ਨੂੰ ਵੀ ਅਸੀਂ ਉਹ ਮੰਗ ਪੱਤਰ ਦੇਵਾਂਗੇ ਜਿਹਦੇ 'ਚ ਕਿ ਅਸੀਂ ਇਹ ਮੰਗ ਰੱਖ ਰਹੇ ਹਾਂ ਕਿ ਔਰਤਾਂ ਨੂੰ ਜੇ ਅੱਜ ਔਰਤ ਲਹਿਰ ਬੋਲ ਰਹੀ ਹੈ ਤਾਂ ਔਰਤਾਂ ਦੇ ਕਮਿਸ਼ਨ ਨੂੰ ਵੀ ਬੋਲਣਾ ਚਾਹੀਦਾ ਹੈ ਤੇ ਅਸੀਂ ਮੇਲਸ ਵੀ ਕਰਾਂਗੇ ਚੰਡੀਗੜ੍ਹ ਦੇ ਵਿਮਨ ਕਮਿਸ਼ਨ ਨੂੰ, ਮਨੀਸ਼ਾ ਗੁਲਾਟੀ ਜੀ ਨੂੰ ਵੀ ਅਸੀਂ ਇਹੀ ਰਿਕੁਐਸਟ ਕਰਾਂਗੇ ਕਿ ਉਹ ਵੀ ਇਸ ਮੁੱਦੇ ਤੇ ਬੋਲਣ। ਅੱਜ ਅਸੀਂ ਆਪਣੀ ਰੋਸ ਮਾਰਚ ਤੋਂ ਬਾਅਦ ਅਸੀਂ ਮੇਲ ਕਰ ਰਹੇ ਹਾਂ ਮਨੀਸ਼ਾ ਗੁਲਾਟੀ ਜੀ ਨੂੰ ਤੇ ਅਸੀਂ ਉਹਨਾਂ ਦੇ ਆਫਿਸ 'ਚ ਕਾਲ ਵੀ ਕਰਾਂਗੇ ਵੀ ਸਾਡੀ ਕਿਸੇ ਤਰ੍ਹਾਂ ਮਨੀਸ਼ਾ ਗੁਲਾਟੀ ਜੀ ਨਾਲ ਗੱਲ ਕਰਾਈ ਜਾਏ ਤਾਂ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਉਹ ਵੀ ਇਸ ਗੱਲ ਤੇ ਬੋਲਣ ਤੇ ਉਹ ਕੁੜੀ ਜਿਹੜੀ ਰਾਬੀਆ ਸੈਫੀ ਆ ਉਹਦੇ ਘਰਦਿਆਂ ਨੂੰ ਤੇ ਰਾਬੀਆ ਸੈਫੀ ਨੂੰ ਇਨਸਾਫ ਦਿੱਤਾ ਜਾਏ। ਦੇ ਵਿੱਚ ਸਿਵਲ ਡਿਫੈਂਸ ਦੇ ਵਿੱਚ 21 ਸਾਲ ਦੀ ਰਾਬੀਆ ਸੈਫੀ ਕੰਮ ਕਰਦੀ ਸੀ, ਉਹਦਾ ਕਤਲ ਕੀਤਾ ਗਿਆ 26 ਅਗਸਤ ਨੂੰ, ਘਰ ਤੋਂ ਲਾਪਤਾ ਹੋਈ ਤੇ ਉਹਦਾ ਜਦ ਪਤਾ ਚੱਲਿਆ ਕਿ ਉਹਦਾ ਕਤਲ ਹੋ ਗਿਆ ਹੈ, ਉਹਦੇ ਤਾਲੁਕ ਦੇ ਨਾਲ ਅਸੀਂ ਇਹ ਪ੍ਰੋਟੈਸਟ ਕਰਨ ਜਾ ਰਹੇ ਹਾਂ। ਕੀ ਸਰਕਾਰ ਤੋਂ ਮੰਗ ਕਰ ਰਹੇ ਹੋ? ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਉਹ ਜਿਹੜੇ ਉਹਦੇ ਦੋਸ਼ੀ ਨੇ, ਦਰਿੰਦੇ ਨੇ, ਹੈਵਾਨਗੀ ਜਿਨ੍ਹਾਂ ਨੇ ਉਹਨਾਂ ਨਾਲ ਕੀਤੀ ਹੈ, ਉਹਦੇ ਨਾਲ ਰਾਬੀਆ ਸੈਫੀ ਦੇ ਨਾਲ ਕੀਤੀ ਹੈ, ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਉਹਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ। ਰਾਬੀਆ ਸੈਫੀ ਜਿਹੜਾ ਪਿਛਲੇ ਦਿਨੀ ਮਰਡਰ ਹੋਇਆ ਆ, ਇਸ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਇਹ ਕੇਸ ਦੀ ਡੀਲਿੰਗ ਹੁੰਦੀ ਆ ਤੇ ਲੜਕੀ ਗਵਾਚਦੀ ਆ ਰਾਤ ਨੂੰ ਤੇ ਅਗਲੇ ਦਿਨ ਉਹਦੀ ਡੈੱਡ ਬੋਡੀ ਮਿਲਦੀ ਆ, ਇਹ ਬਹੁਤ ਸਾਰੇ ਗੰਭੀਰ ਸ਼ੰਕੇ ਖੜੇ ਕਰਦੀ ਆ। ਦੂਸਰੀ ਚੀਜ਼ ਇਹ ਆ ਕਿ ਅਸੀਂ ਇਹ ਕੇਸ ਦੀ ਜਿਹੜੀ ਆ ਸਾਨੂੰ ਲੱਗਦਾ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੀਆਂ ਲੂਪ ਹੋਲਸ ਹੈਗੀਆਂ ਨੇ ਜਿਨ੍ਹਾਂ ਨੂੰ ਸਾਨੂੰ ਹਜੇ ਦੇਖਣ ਦੀ ਲੋੜ ਆ ਤੇ ਬਟ ਸਰਕਾਰ ਦੀ ਜਿਸ ਤਰ੍ਹਾਂ ਦੀ ਦਲਿਤ ਤੇ ਮੁਸਲਿਮ ਔਰਤਾਂ ਪ੍ਰਤੀ ਪਾਲਿਸੀ ਹੈਗੀ ਆ ਤੇ ਦਿੱਲੀ ਗਵਰਨਮੈਂਟ ਕਿਸ ਤਰ੍ਹਾਂ ਬੀਜੇਪੀ ਸਰਕਾਰ ਦੀ ਪੈੜ 'ਚ ਪੈੜ ਰੱਖਦੀ ਆ, ਉਹਦੀ ਚੁੱਪੀ ਜਿਹੜੀ ਆ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਆ। ਇਸ ਕੇਸ ਦੇ ਵਿੱਚ ਵੀ ਅਸੀਂ ਇਹ ਡਿਮਾਂਡ ਕਰਦੇ ਹੈਗੇ ਆ ਕਿ ਇਹ ਕੇਸ ਦੀ ਜਿਹੜੀ ਆ ਫੇਅਰ ਐਂਡ ਜਿਹੜੀ ਆ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਵਿਗਿਆਨਿਕ ਰੂਪ ਦੇ ਵਿੱਚ। ਦੂਸਰੀ ਜਿਹੜੀ ਸਾਡੀ ਡਿਮਾਂਡ ਆ ਕਿ ਕੰਮਕਾਜੀ ਥਾਵਾਂ ਦੇ ਅੰਦਰ ਜਿੱਥੇ ਔਰਤਾਂ ਕੰਮ ਕਰਦੀਆਂ ਨੇ ਤੇ ਜਦੋਂ ਦਿੱਲੀ ਦੇ ਅੰਦਰ ਨਿਰਭਇਆ ਵਾਲਾ ਕੇਸ ਹੋਇਆ ਸੀ ਤੇ ਬਹੁਤ ਸਾਰੇ ਲੋਕ ਸੜਕਾਂ ਤੇ ਸੀ, ਜਸਟਿਸ ਵਰਮਾ ਕਮਿਸ਼ਨ ਦੀ ਇੱਕ ਕਮੇਟੀ ਬਣਾਈ ਗਈ ਸੀਗੀ ਜਿਨ੍ਹਾਂ ਨੇ ਇਹ ਹਦਾਇਤਾਂ ਕੀਤੀਆਂ ਕਿ ਕੰਮਕਾਜੀ ਥਾਵਾਂ ਦੇ ਉੱਤੇ ਔਰਤਾਂ ਦੇ ਵਾਸਤੇ ਐਂਟੀ ਸੈਕਸ਼ੂਅਲ ਹਰਾਸਮੈਂਟ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਨੇ, ਜਿਹੜੀਆਂ ਕਮੇਟੀਆਂ ਇਹਨਾਂ ਕੇਸਿਸ ਨੂੰ ਡੀਲ ਕਰਨਗੀਆਂ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆ ਰਹੀ ਆ। ਪਰ ਉਹ ਜਿਹੜੀਆਂ ਨੇ ਸਹੀ ਰੂਪ 'ਚ ਵਰਕ ਨਹੀਂ ਕਰਦੀਆਂ। ਪਿਛਲੇ ਦਿਨੀ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਜਦੋਂ ਜਸਟਿਸ ਗਾਂਗੁਲੀ ਵਾਲਾ ਕੇਸ ਹੁੰਦਾ ਆ ਤਾਂ ਉਸ ਸਮੇਂ ਅੰਦਰ ਉਹ ਆਪ ਹੀ ਉਸ ਕਮੇਟੀ ਦੇ ਅੰਦਰ ਬੈਠ ਜਾਂਦੇ ਆ, ਜਿਹੜੀ ਉਹ ਕਮੇਟੀ ਉੱਥੇ ਰਨ ਨਹੀਂ ਸੀ ਹੈ ਤੇ ਜਦੋਂ ਥੱਲੋਂ ਆਇਆ ਇਸ ਗੱਲ ਦਾ ਤੇ ਉਹ ਆਪ ਬੈਠ ਗਏ। ਇਹ ਸਾਨੂੰ ਲੱਗਦਾ ਕਿ ਉੱਪਰੋਂ ਸੁਪਰੀਮ ਕੋਰਟ ਤੋਂ ਲੈ ਕੇ ਥੱਲੇ ਤੱਕ ਇਹ ਕਮੇਟੀਆਂ ਜਿਹੜੀਆਂ ਸਹੀ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਕੀ ਭਰੋਸਾ ਦਿਵਾਇਆ ਗਿਆ ਜੀ? ਪ੍ਰਸ਼ਾਸਨ ਵੱਲੋਂ ਸਾਨੂੰ ਇਹ ਭਰੋਸਾ ਦਿੱਤਾ ਗਿਆ ਆ ਕਿ ਅਸੀਂ ਤੁਹਾਡਾ ਇਹ ਜਿਹੜਾ ਮੰਗ ਪੱਤਰ ਆ ਇਹ ਜਿਹੜਾ ਚੇਅਰਪਰਸਨ ਨੇ ਵਿਮਨ ਕਮਿਸ਼ਨ ਦੇ ਦਿੱਲੀ ਦੇ ਉਹਨਾਂ ਤੱਕ ਵੀ ਪਹੁੰਚਾਇਆ ਜਾਊਗਾ ਤੇ ਜਿਹੜਾ ਹੋਮ ਮਿਨਿਸਟਰ ਨੂੰ ਜਿਹੜਾ ਅਸੀਂ ਭੇਜਿਆ ਆ ਉਹ ਵੀ ਪਹੁੰਚਾਇਆ ਜਾਊਗਾ। ਇਹ ਜਿਹੜਾ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈਗਾ ਆ। ਜੋ ਵੀ ਮੰਗ ਪੱਤਰ ਹੈ ਇਹ ਮੈਂ ਮਾਨਯੋਗ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਊਗਾ। ਕੀ ਡਿਮਾਂਡ ਕੀ ਕੀਤੀ ਗਈ ਹੈ ਜੀ? ਅੱਜ ਇਹਨਾਂ ਵੱਲੋਂ ਤੁਹਾਨੂੰ ਮਿਲਿਆ ਗਿਆ, ਰੋਸ ਰੈਲੀ ਕੀਤੀ ਗਈ ਹੈ, ਤੁਹਾਡੇ ਕੋਲ ਕੀ ਮੰਗ ਰੱਖੀ ਗਈ ਹੈ? ਔਰ ਜੋ ਵੀ ਡਿਮਾਂਡ ਇਹਨਾਂ ਦੀ ਆਈ ਹੈ ਇੱਥੇ ਪਤਾ ਡੀ ਸਾਹਿਬ ਨੂੰ ਕੋਈ ਜ਼ਰੂਰੀ ਐਮਰਜੈਂਸੀ ਕੰਮ ਹੋ ਗਿਆ ਇਸ ਕਰਕੇ ਨਹੀਂ ਆ ਸਕੇ। ਜਦੋਂ ਵੀ ਉਹ ਸਵੇਰੇ ਆਣਗੇ ਮਾਰਨਿੰਗ ਉਹਨਾਂ ਨੂੰ ਉਹ ਵੀ ਮੰਗ ਪੱਤਰ ਹੈ ਅਸੀਂ ਉਹਨਾਂ ਨੂੰ ਪਹੁੰਚਾ ਦਿੱਤਾ ਜਾਊਗਾ। ਸੋ